ਲੱਖਾਂ ਲੋਕਾਂ ਦੇ ਵਿਚਾਰ ਬਦਲ ਦੇਣ ਵਾਲੀ ਵਿਸ਼ਵ ਪ੍ਰਸਿੱਧ ਪੁਸਤਕ ਤੇ ਦੇਵ ਪੁਰਸ਼ ਹਾਰ ਗਏ ਦਾ ਪੇਸ਼ ਹੈ ਅੱਜ ਪਾਠ 23 ਪਿਆਰ ਕਰਨ ਵਾਲਾ ਪ੍ਰੇਤ। 1 ਜੂਨ 1962 ਨੂੰ ਮੈਂ ਅਖਬਾਰ ਵਿੱਚ ਗੁਲਾਬ ਸਿੰਹਾਲਾ ਥਾਣੇ ਦੇ ਹਲਕੇ ਵਿੱਚ ਪਿੰਡ ਰੈਤੀਆਲਾ ਦੇ ਇੱਕ ਘਰ ਬਾਰੇ ਕਹਾਣੀ ਪੜ੍ਹੀ ਜਿਸ ਵਿੱਚ ਪ੍ਰੇਤ ਆਉਂਦਾ ਸੀ। ਇਹ ਬੁਰੀ ਆਤਮਾ ਨੇਮਬੱਧੀ ਇੱਕ ਕੁਆਰੀ ਜਵਾਨ ਕੁੜੀ ਨੂੰ ਖਤ ਲਿਖਿਆ ਕਰਦੀ ਸੀ ਅਤੇ ਕਈ ਹੋਰ ਚੱਕਰ ਵਿੱਚ ਪਾ ਦੇਣ ਵਾਲੀਆਂ ਹਰਕਤਾਂ ਲਈ ਜ਼ਿੰਮੇਵਾਰ ਵੀ ਸੀ। 31 ਮਈ 1962 ਨੂੰ ਜਦੋਂ ਇੱਕ ਅਖਬਾਰ ਦੇ ਨੁਮਾਇੰਦੇ ਨੇ ਇਸ ਘਰੇ ਫੇਰਾ ਪਾਇਆ ਤਾਂ ਉਸ ਉੱਤੇ ਖੋਪਾ ਪਾੜਨ ਵਾਲਾ ਛੁਰਾ ਸੁੱਟਿਆ ਗਿਆ। ਉਸ ਦੀ ਪਿੱਠ ਪਿੱਛੇ ਇੱਕ ਮਚਕੋੜਿਆ ਹੋਇਆ ਖੱਤ ਵੀ ਸੁੱਟਿਆ ਗਿਆ ਸੀ। ਪ੍ਰੇਤਾਂ ਕੱਢਣ ਵਾਲਿਆਂ ਵੱਲੋਂ ਪਿਛਲੇ 4 ਮਹੀਨਿਆਂ ਵਿੱਚ ਇਸ ਆਤਮਾ ਨੂੰ ਭਜਾਉਣ ਵਾਸਤੇ ਕਈ ਅਸਫਲ ਯਤਨ ਕੀਤੇ ਗਏ। ਘਰ ਦੇ ਜੀ ਲਗਾਤਾਰ ਡਰ ਅਤੇ ਸਹਿਮ ਦੀ ਜ਼ਿੰਦਗੀ ਗੁਜ਼ਾਰਦੇ ਸਨ ਕਿਉਂਕਿ ਅਕਸਰ ਇਹ ਆਤਮਾ ਮਾਰ ਪਿਟਾਈ ਤੇ ਉਤਾਰੂ ਹੋ ਜਾਂਦੀ ਸੀ। 62 ਸਾਲਾਂ ਦਾ ਬੁੱਢਾ ਕਿਸਾਨ ਦਿਲ ਗਹਾਗੇ ਪੋਦੀ ਅਪੂ ਹਾਮੀ ਅਤੇ ਉਸ ਦੀ ਪਤਨੀ ਮਿਸੀ ਨੋਨਾ ਘਰ ਵਿੱਚ ਆਪਣੇ 3 ਪੁੱਤਰਾਂ ਅਤੇ 2 ਧੀਆਂ ਨਾਲ ਰਹਿੰਦੇ ਸਨ। ਪ੍ਰੇਤ ਦੀ ਮੌਜੂਦਗੀ ਅਤੇ ਹਰਕਤਾਂ ਬਾਰੇ ਉਸ ਸਾਲ ਜਨਵਰੀ ਵਿੱਚ ਉਦੋਂ ਪਤਾ ਲੱਗਿਆ ਜਦੋਂ ਅਲਮਾਰੀ ਦੇ ਖਾਨੇ ਵਿੱਚੋਂ ਪੈਸੇ ਗੁੰਮ ਹੋ ਗਏ। ਸ਼ਰਾਰਤ ਦੇ ਉਦੇਸ਼ ਨਾਲ ਪਲਾਇਨ। ਹੌਲੀ ਹੌਲੀ ਹਰਕਤਾਂ ਵਿੱਚ ਵਾਧਾ ਹੁੰਦਾ ਗਿਆ ਅਤੇ ਭੂਤ ਨੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਉਹ ਮੇਜ਼ ਕੁਰਸੀਆਂ ਖਿੰਡਾ ਪੜਾ ਦਿੰਦਾ, ਬਰਤਨ ਫਰਸ਼ ਉੱਤੇ ਸੁੱਟ ਦਿੰਦਾ ਅਤੇ ਕੰਧਾਂ ਉੱਤੇ ਤਸਵੀਰਾਂ ਬਣਾ ਦਿੰਦਾ। ਪਰਿਵਾਰ ਦਾ ਚਾਵਲਾਂ ਦਾ ਰਾਸ਼ਨ ਕਾਰਡ ਪਾੜ ਦਿੱਤਾ ਗਿਆ ਅਤੇ ਟੱਬਰ ਆਪਣਾ ਹਫ਼ਤਾਵਾਰ ਰਾਸ਼ਨ ਵੀ ਲੈ ਨਾ ਸਕਿਆ। ਜਦੋਂ ਮੁਲਕ ਵਿੱਚ ਸੁੱਕੀ ਮੱਛੀ ਦੀ ਕਿੱਲਤ ਸੀ ਤਾਂ ਪ੍ਰੇਤ ਇਸ ਘਰੇ ਸਭ ਤੋਂ ਵਧੀਆ ਮੱਛੀ ਲਿਆ ਕੇ ਦਿੰਦਾ, ਪਰੰਤੂ ਕਿਸੇ ਨੇ ਵੀ ਇਹਨਾਂ ਦਾ ਸਵਾਦ ਵੇਖਣ ਦਾ ਹੌਸਲਾ ਨਾ ਕੀਤਾ। ਜਦੋਂ ਖਾਣਾ ਪੱਕ ਜਾਂਦਾ ਤਾਂ ਪ੍ਰੇਤ ਆਪਣੇ ਆਪ ਹੀ ਜੀ ਭਰ ਕੇ ਖਾਣਾ ਖਾਂਦਾ ਸੀ। ਪੋਦੀ ਅਪੂ ਹਾਮੀ ਦੀ ਪਤਨੀ ਇਹ ਦਾਅਵਾ ਕਰਦੀ ਸੀ ਕਿ ਉਸਨੇ ਕਈ ਵਾਰੀ ਅਣਦਿੱਖ ਹੱਥਾਂ ਨੂੰ ਪਲੇਟ ਵਿੱਚ ਚਾਵਲ ਪਾਉਂਦਿਆਂ ਦੇਖਿਆ ਸੀ ਅਤੇ ਉਸਨੇ ਕਈ ਵਾਰੀ ਪਲੇਟ ਵਿੱਚੋਂ ਅਣਦਿੱਖ ਮੂੰਹ ਵਿੱਚ ਜਾਂਦੇ ਵੀ ਦੇਖੇ ਸਨ। ਸਵੇਰੇ ਸਵੇਰੇ ਖਿੱਲਾਂ ਭੁੰਨੀਆਂ ਗਈਆਂ ਸਨ ਤਾਂ ਕੜਾਹੀ ਵਿੱਚੋਂ ਇੱਕ ਖਿੱਲ ਉੱਡੀ ਅਤੇ ਵਾਪਸ ਨਹੀਂ ਡਿੱਗੀ। ਇੱਕ ਵਾਰੀ ਘਰ ਦੇ ਬਸ਼ਿੰਦਿਆਂ ਨੇ ਪੁਰਾਣੀਆਂ ਰਜਾਈਆਂ ਵਿੱਚ ਬਹੁਤ ਸਾਰੀਆਂ ਖਿੱਲਾਂ ਛੁਪਾਈਆਂ ਹੋਈਆਂ ਵੀ ਵੇਖੀਆਂ। ਘਰ ਵਿੱਚ ਆਏ ਮਹਿਮਾਨਾਂ ਨੂੰ ਪ੍ਰੇਤ ਸੰਤਰੇ, ਜੌਂ ਅਤੇ ਸਿਗਰਟਾਂ ਭੇਟ ਕਰਦਾ ਸੀ। ਸਾਫ਼ ਪਾਣੀ ਦੀਆਂ ਬੋਤਲਾਂ ਮਹਿਮਾਨਾਂ ਅੱਗੇ ਸੁੱਟ ਦਿੰਦੀਆਂ ਜਾਂਦੀਆਂ ਸਨ ਤਾਂ ਫਰਸ਼ 'ਤੇ ਰੋੜ ਦਿੱਤੀਆਂ ਜਾਂਦੀਆਂ ਸਨ, ਪਰ ਕੋਈ ਵੀ ਬੰਦਾ ਅਜਿਹਾ ਕਰਦਾ ਵਿਖਾਈ ਨਹੀਂ ਸੀ ਦਿੰਦਾ। ਪ੍ਰੇਮ ਪੱਤਰ। ਪ੍ਰੇਤ ਪੋਦੀ ਅਪੂ ਹਾਮੀ ਦੀ ਵੱਡੀ ਕੁਆਰੀ 16 ਸਾਲਾਂ ਦੀ ਲੜਕੀ ਮਾਈ ਨੋਨਾ ਨੂੰ ਜ਼ਿਆਦਾ ਪਸੰਦ ਕਰਦਾ ਸੀ। ਇੱਕ ਵਾਰੀ ਜਦੋਂ ਉਹ ਬਿਮਾਰ ਹੋ ਗਈ ਸੀ ਤਾਂ ਇਸ ਪ੍ਰੇਤ ਨੇ ਉਸ ਨੂੰ ਬਹੁਤ ਸਾਰੀਆਂ ਦੇਸੀ ਦਵਾਈਆਂ ਲਿਆ ਕੇ ਦਿੱਤੀਆਂ, ਪਰ ਉਸ ਕੁੜੀ ਨੇ ਇਹ ਦਵਾਈਆਂ ਵਰਤੀਆਂ ਨਹੀਂ ਸਨ। ਪ੍ਰੇਤ ਅਕਸਰ ਪ੍ਰੇਮ ਪੱਤਰ ਲਿਖਦਾ ਸੀ ਅਤੇ ਮਾਈ ਨੋਨਾ ਉੱਤੇ ਸੁੱਟ ਦਿੰਦਾ ਸੀ। ਕਦੀ ਕਦੀ ਇਹ ਪੱਤਰ ਪ੍ਰੇਤ ਰਾਹੀਂ ਮਾਈ ਨੋਨਾ ਦੇ ਸਰਹਾਣੇ ਹੇਠ ਰੱਖ ਦਿੱਤੇ ਜਾਂਦੇ ਸਨ ਅਤੇ ਕਈ ਵਾਰੀ ਰਾਤ ਨੂੰ ਉਸ ਦੇ ਬਲਾਊਜ਼ ਵਿੱਚ ਟੰਗ ਦਿੱਤੇ ਜਾਂਦੇ ਸਨ। ਸਾਰੇ ਖੱਤ ਇਕਹਿਰੀ ਲਾਈਨਦਾਰ ਕਾਪੀ ਵਿੱਚੋਂ ਕਾਗਜ਼ ਪਾੜ ਕੇ ਲਿਖੇ ਹੁੰਦੇ ਸਨ। ਭਾਵੇਂ ਖਤਾਂ ਦੇ ਅੱਖਰ ਸਿੰਹਾਲੀ ਭਾਸ਼ਾ ਵਰਗੇ ਹੀ ਸਨ, ਪਰ ਫਿਰ ਵੀ ਨਾ ਤਾਂ ਸਮਝ ਆਉਂਦੇ ਸਨ ਅਤੇ ਨਾ ਹੀ ਪੜ੍ਹੇ ਜਾ ਸਕਦੇ ਸਨ। ਬੱਚਿਆਂ ਵਾਂਗੋਂ ਮਨੁੱਖੀ ਤਸਵੀਰਾਂ ਵੀ ਬਣਾਈਆਂ ਜਾਂਦੀਆਂ ਸਨ। ਅਜਿਹਾ ਹੀ ਇੱਕ ਖੱਤ ਅਖਬਾਰੀ ਨੁਮਾਇੰਦੇ ਉੱਤੇ ਵੀ ਸੁੱਟਿਆ ਗਿਆ ਸੀ। ਅਖਬਾਰੀ ਨੁਮਾਇੰਦੇ ਨੇ ਪਾਊਡਰ ਦਾ ਡੱਬਾ ਇੱਕ ਕਮਰੇ ਵਿੱਚੋਂ ਦੂਜੇ ਕਮਰੇ ਤੱਕ ਉੱਡਦਾ ਵੀ ਵੇਖਿਆ ਅਤੇ ਉਸਨੇ ਖੰਡ ਵਾਲੀ ਬੋਤਲ ਫਰਸ਼ 'ਤੇ ਡਿੱਗਦੀ ਵੀ ਵੇਖੀ। ਇੱਕ ਵਾਰੀ ਪ੍ਰੇਤ ਨੇ ਖੋਪਾ ਛਿੱਲਣ ਵਾਲਾ ਛੁਰਾ ਉਸ ਉੱਤੇ ਸੁੱਟ ਦਿੱਤਾ ਸੀ, ਪਰ ਨਿਸ਼ਾਨਾ ਠੀਕ ਨਾ ਲੱਗਿਆ। ਉਹ ਛੁਰਾ ਬਾਰੀ ਦੀਆਂ ਲੋਹਾਂ ਦੀਆਂ ਸੀਖਾਂ ਵਿੱਚ ਵੱਜ ਕੇ ਫਰਸ਼ 'ਤੇ ਡਿੱਗ ਪਿਆ ਸੀ। ਪ੍ਰੇਤ ਨੇ ਉਸ ਬੈਗ ਵਿੱਚੋਂ ਕਈ ਫਲੈਸ਼ ਬੱਲਬ ਵੀ ਚੋਰੀ ਕਰ ਲਏ ਸਨ। ਪ੍ਰੇਤ ਰਾਤ ਨੂੰ ਕੀ ਕਰਦਾ ਸੀ? ਕਈ ਵਾਰੀ ਪ੍ਰੇਤ ਘਰ ਵਿੱਚੋਂ ਕੁਰਸੀਆਂ ਅਤੇ ਹੋਰ ਫਰਨੀਚਰ ਬਾਹਰ ਲੈ ਜਾਂਦਾ ਅਤੇ ਕਦੇ-ਕਦੇ ਦੂਜੇ ਘਰਾਂ ਵਿੱਚੋਂ ਕਈ ਚੀਜ਼ਾਂ ਚੁੱਕ ਕੇ ਲੈ ਆਉਂਦਾ ਸੀ। ਰਾਤ ਨੂੰ ਘਰ ਦੇ ਬਸ਼ਿੰਦੇ ਚੈਨ ਨਾਲ ਨਹੀਂ ਸੀ ਸੌਣ ਦਿੱਤੇ ਜਾਂਦੇ। ਰਾਤ ਨੂੰ ਬੂਹੇ ਖੋਲ੍ਹ ਦਿੱਤੇ ਜਾਂਦੇ ਅਤੇ ਬਸ਼ਿੰਦਿਆਂ ਨੂੰ ਬਿਸਤਰਿਆਂ ਵਿੱਚੋਂ ਬਾਹਰ ਧੂ ਲਿਆ ਜਾਂਦਾ ਸੀ। ਇੱਕ ਰਾਤੀ ਇੱਕ ਪ੍ਰੇਤ ਮਾਂ ਨੂੰ ਦਿਖਾਈ ਦਿੱਤਾ ਅਤੇ ਉਸ ਨੂੰ ਬਾਹਰ ਬੁਲਾਇਆ, ਪਰ ਜਦੋਂ ਉਹ ਵਿਹੜੇ ਵਿੱਚੋਂ ਬਾਹਰ ਆਈ ਤਾਂ ਪ੍ਰੇਤ ਅਲੋਪ ਹੋ ਗਿਆ। ਕਦੇ-ਕਦੇ ਜਦੋਂ ਉਹ ਸੌ ਰਹੇ ਹੁੰਦੇ ਤਾਂ ਤਲਵਾਰਾਂ ਅਤੇ ਚਾਕੂ ਉਹਨਾਂ ਦੀ ਗਰਦਨ 'ਤੇ ਰੱਖ ਦਿੱਤੇ ਜਾਂਦੇ। ਭੂਤ ਪ੍ਰੇਤ ਕੱਢਣ ਵਾਲੇ ਇਸ ਪ੍ਰੇਤ ਨੂੰ ਸਿਰਫ 3 ਦਿਨ ਹੀ ਬਾਹਰ ਕੱਢ ਸਕੇ ਸਨ। ਚੌਥੇ ਦਿਨ ਇਹ ਫਿਰ ਵਾਪਸ ਆ ਗਿਆ ਸੀ ਅਤੇ ਆਪਣੀਆਂ ਪੁਰਾਣੀਆਂ ਹਰਕਤਾਂ ਚਾਲੂ ਕਰ ਦਿੱਤੀਆਂ ਸਨ। ਇਲਾਜ ਕਰਨ ਲਈ ਰਜਾਮੰਦ ਹੋਣਾ। ਅਖਬਾਰ ਵਿੱਚ ਪ੍ਰੇਤ ਵਾਲੇ ਇਸ ਘਰ ਦੀ ਕਹਾਣੀ ਪੜ੍ਹ ਕੇ ਮੈਂ ਸੰਬੰਧਿਤ ਅਖਬਾਰੀ ਨੁਮਾਇੰਦੇ ਨੂੰ ਮਿਲਿਆ ਅਤੇ ਸਵੈ ਇੱਛਾ ਪੂਰਵਕ ਇਸ ਕੇਸ ਦੀ ਪੜਤਾਲ ਕਰਨ ਦੀ ਖਾਹਿਸ਼ ਜ਼ਾਹਰ ਕੀਤੀ ਤਾਂ ਉਸਨੇ ਇਹ ਸਾਬਤ ਕਰ ਸਕਾਂ ਕਿ ਇਹ ਹਰਕਤਾਂ ਕਿਸੇ ਪ੍ਰੇਤ ਦੀਆਂ ਨਹੀਂ, ਸਗੋਂ ਘਰ ਵਿੱਚ ਕਿਸੇ ਦਿਮਾਗੀ ਮਰੀਜ਼ ਦੀਆਂ ਹਨ। ਮੈਂ ਪੜਤਾਲ ਦੀ ਤਾਰੀਖ ਗੁਪਤ ਰੱਖਣ ਦੀ ਇੱਛਾ ਪ੍ਰਗਟਾਈ ਕਿਉਂਕਿ ਮੈਂ ਉਤਸੁਕ ਲੋਕਾਂ ਦੀ ਭੀੜ ਤੋਂ ਬਚਣਾ ਚਾਹੁੰਦਾ ਸਾਂ।
5 ਜੂਨ ਨੂੰ ਮੈਂ ਕੋਲੰਬੋ ਤੋਂ 33 ਮੀਲ ਦਾ ਸਫ਼ਰ ਤੈਅ ਕਰਕੇ ਇਸ ਪ੍ਰੇਤ ਵਾਲੇ ਘਰ ਪਹੁੰਚਿਆ ਅਤੇ 3 ਘੰਟੇ ਪੜਤਾਲ ਕੀਤੀ। ਪੜਤਾਲ ਤੋਂ ਮਗਰੋਂ ਮੈਂ ਲੋਕਾਂ ਦੀ ਇਕੱਠੀ ਹੋਈ ਭੀੜ ਨੂੰ ਆਖਿਆ ਕਿ ਇਹਨਾਂ ਹਰਕਤਾਂ ਲਈ ਜ਼ਿੰਮੇਵਾਰ ਘਰ ਦੇ ਇੱਕ ਜੀਅ ਨੂੰ ਲੱਭਣ ਵਿੱਚ ਮੈਂ ਕਾਮਯਾਬ ਹੋ ਗਿਆ ਹਾਂ ਅਤੇ ਉਸ ਮੈਂਬਰ ਨੇ ਅਜਿਹੀਆਂ ਹਰਕਤਾਂ ਵਿੱਚ ਭਵਿੱਖ ਵਿੱਚ ਨਾ ਦੁਹਰਾਉਣ ਲਈ ਵਾਅਦਾ ਕੀਤਾ ਹੈ। ਇੱਕ ਭੇਦ, ਮੈਂ ਕੁਝ ਪ੍ਰਤੱਖ ਕਾਰਨਾਂ ਕਰਕੇ ਉਸ ਵਿਅਕਤੀ ਦਾ ਨਾਮ ਗੁਪਤ ਰੱਖਣਾ ਚਾਹਿਆ। ਪਿਛਲੇ ਸਮੇਂ ਵਿੱਚ ਅਣਗਿਣਤ ਅਜਿਹੇ ਕੇਸਾਂ ਵਿੱਚੋਂ ਇਹ ਸਭ ਤੋਂ ਛੋਟਾ ਤੇ ਸਪਸ਼ਟ ਕੇਸ ਸੀ। ਮੈਂ 3 ਵਜੇ ਸ਼ਾਮੀ ਆਪਣੀ ਪਤਨੀ, 2 ਅਖਬਾਰ ਨਵੀਸਾਂ ਅਤੇ ਫੋਟੋਗ੍ਰਾਫਰ ਨੂੰ ਲੈ ਕੇ ਰੈਤੀਆਲਾ ਪਹੁੰਚਿਆ। ਪ੍ਰੇਤ ਵਾਲੇ ਘਰ ਆਂਢ ਗੁਆਂਢ ਦੇ ਪਿੰਡਾਂ ਤੋਂ ਉਤਸੁਕ ਲੋਕਾਂ ਦੀ ਬਹੁਤ ਵੱਡੀ ਭੀੜ ਲੱਗੀ ਰਹਿੰਦੀ ਸੀ ਅਤੇ ਮੇਰੇ ਉੱਥੇ ਪਹੁੰਚਣ ਵਾਲੇ ਦਿਨ ਵੀ ਕੋਈ 300 ਦੇ ਕਰੀਬ ਲੋਕ ਉੱਥੇ ਜੁੜੇ ਹੋਏ ਸਨ। ਸਭ ਤੋਂ ਪਹਿਲਾਂ ਮੈਂ ਸਾਰੇ ਲੋਕਾਂ ਨੂੰ ਬਾਗ ਵਿੱਚੋਂ ਬਾਹਰ ਜਾਣ ਦੀ ਬੇਨਤੀ ਕੀਤੀ ਤਾਂ ਕਿ ਸਿਰਫ ਘਰ ਦੇ ਜੀਅ ਹੀ ਅੰਦਰ ਰਹਿਣ। ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਅਤੇ ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਪੜਤਾਲ ਦੇ ਸਮੇਂ ਦੌਰਾਨ ਇੰਤਜ਼ਾਰ ਕੀਤਾ। ਫਿਰ ਮੈਨੂੰ ਪਰਿਵਾਰ ਦੇ ਸਾਰੇ ਜੀਆਂ ਨਾਲ ਮਿਲਾਇਆ ਗਿਆ ਅਤੇ ਮੈਂ ਇੱਕ ਇੱਕ ਕਰਕੇ ਉਹਨਾਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ। ਖੋਪੇ ਦੇ ਦਰਖਤ ਹੇਠ ਇੱਕ ਸ਼ਾਂਤ ਥਾਂ ਇਸ ਕੰਮ ਲਈ ਚੁਣੀ ਗਈ ਅਤੇ ਸਭ ਤੋਂ ਪਹਿਲਾਂ ਪਰਿਵਾਰ ਦੇ ਪਿਤਾ ਨੂੰ ਪੁੱਛਗਿੱਛ ਲਈ ਸੱਦਿਆ ਗਿਆ। ਕੁੱਲ ਮਿਲਾ ਕੇ ਪਰਿਵਾਰ ਦੇ 5 ਜੀਆਂ ਤੋਂ ਪੁੱਛਗਿੱਛ ਕੀਤੀ ਗਈ। ਮੇਰੀ ਪਤਨੀ ਉਹਨਾਂ ਦੀਆਂ ਗੱਲਾਂ ਲਿਖਦੀ ਗਈ। ਪੁੱਛਗਿੱਛ ਤੋਂ ਪਰਿਵਾਰਕ ਹਿਸਟਰੀ, ਘਰੇਲੂ ਤਕਲੀਫਾਂ, ਪਰਿਵਾਰ ਦੇ ਦੁੱਖੀ ਨਿੱਜੀ ਮੁਸ਼ਕਲਾਂ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਿਆ ਜਿਹੜੀਆਂ ਕਿ ਕੇਸ ਸੰਬੰਧੀ ਜ਼ਰੂਰੀ ਸਨ। ਮੈਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਿਰਫ ਉਹੀ ਗੱਲ ਦੱਸੀ ਜਾਵੇ ਜਿਹੜੀ ਉਹਨਾਂ ਨੇ ਇਕੱਲੇ ਤੌਰ 'ਤੇ ਆਪ ਵੇਖੀ ਹੋਵੇ। ਜਿਵੇਂ ਕਿ ਘਰ ਦੇ ਜੀਆਂ ਵੱਲੋਂ ਕੁਝ ਗੈਬੀ ਘਟਨਾਵਾਂ ਵੇਖਣ ਬਾਰੇ ਰਿਪੋਰਟਾਂ ਮਿਲੀਆਂ ਸਨ, ਪਰ ਅੰਤ ਵਿੱਚ ਇਹ ਪਤਾ ਲੱਗਿਆ ਕਿ ਉਹਨਾਂ ਵਿੱਚੋਂ ਕਿਸੇ ਨੇ ਵੀ ਕੋਈ ਅਜਿਹੀ ਗੈਬੀ ਘਟਨਾ ਨਹੀਂ ਸੀ ਵੇਖੀ, ਜਿਵੇਂ ਖਿੱਲਾਂ ਦਾ ਹਵਾ ਵਿੱਚ ਉੱਡ ਜਾਣਾ, ਰਿੱਝੇ ਹੋਏ ਚਾਵਲਾਂ ਦਾ ਅਣਦਿੱਖ ਮੂੰਹਾਂ ਵਿੱਚ ਪੈਣਾ, ਪ੍ਰੇਤ ਵੱਲੋਂ ਮਹਿਮਾਨਾਂ ਨੂੰ ਸੰਤਰੇ, ਜੌਂ ਅਤੇ ਸਿਗਰਟਾਂ ਭੇਟ ਕਰਨੀਆਂ, ਗੁਆਂਢੀਆਂ ਦੇ ਘਰਾਂ ਵਿੱਚੋਂ ਫਰਨੀਚਰ ਦਾ ਆਉਣਾ ਆਦਿ। ਪ੍ਰੇਮ ਪੱਤਰਾਂ ਬਾਰੇ, ਜਿੱਥੋਂ ਤੱਕ ਪ੍ਰੇਤ ਦੇ ਖਤ ਲਿਖਣ ਦਾ ਸੰਬੰਧ ਸੀ, ਮੈਂ ਇਹ ਬਹੁਤ ਸਪਸ਼ਟ ਸਬੂਤ ਲੱਭ ਲਿਆ ਕਿ ਇਹ ਕੰਮ ਘਰ ਦੇ ਉਸ ਜੀਅ ਦਾ ਸੀ ਜਿਸ 'ਤੇ ਮੈਨੂੰ ਸ਼ੱਕ ਸੀ। ਘਰ ਦੇ ਸਾਰੇ ਜੀਆਂ ਨੂੰ ਕਾਗਜ਼ ਦੇ ਟੁਕੜੇ 'ਤੇ ਲਿਖਣ ਲਈ ਆਖਿਆ ਗਿਆ ਅਤੇ ਉਹਨਾਂ ਵਿੱਚੋਂ ਇੱਕ, ਜਿਹੜਾ ਕਿ ਬਿਲਕੁਲ ਹੀ ਅਨਪੜ੍ਹ ਸੀ, ਦੀ ਹੱਥ ਲਿਖਤ ਪ੍ਰੇਤ ਦੇ ਖਤਾਂ ਵਾਲੀ ਲਿਖਤ ਨਾਲ ਹੂਬਹੂ ਮਿਲ ਗਈ। ਇਹ ਉਸ ਦਿਮਾਗੀ ਤੌਰ 'ਤੇ ਅਸੰਤੁਲਿਤ ਵਿਅਕਤੀ ਵੱਲੋਂ ਸਿਹਾਲੀ ਭਾਸ਼ਾ ਦੀ ਨਕਲ ਦਾ ਇੱਕ ਯਤਨ ਸੀ। ਜ਼ੀਨੋਗਲੋਸੀ ਜਾਂ ਜ਼ੀਨੋਗਸੌਲੀਆ ਇੱਕ ਅਜਿਹੀ ਦਿਮਾਗੀ ਥਿੜਕ ਹੁੰਦੀ ਹੈ ਜਿਸ ਵਿੱਚ ਦਿਮਾਗੀ ਤੌਰ 'ਤੇ ਅਸੰਤੁਲਿਤ ਵਿਅਕਤੀ ਉਹ ਭਾਸ਼ਾ ਲਿਖਣ, ਪੜ੍ਹਨ ਜਾਂ ਬੋਲਣ ਦੇ ਯਤਨ ਕਰਦਾ ਹੈ ਜਿਹੜੀ ਕਿ ਉਹ ਜਾਣਦਾ ਤੱਕ ਨਹੀਂ। ਅਜਿਹੀ ਕੋਸ਼ਿਸ਼ ਅਸਲ ਵਿੱਚ ਕੋਈ ਵੀ ਮੌਜੂਦ ਜਾਂ ਅਪ੍ਰਚਲਿਤ ਭਾਸ਼ਾ ਨਾਲ ਨਹੀਂ ਮਿਲਦੀ ਹੁੰਦੀ ਅਤੇ ਇਸ ਤੋਂ ਕੋਈ ਵੀ ਅਰਥ ਨਹੀਂ ਕੱਢੇ ਜਾ ਸਕਦੇ। ਹਾਲਾਂਕਿ ਕਈ ਵਾਰੀ ਉਸ ਲਿਖਤਾਂ ਵਿੱਚ ਇੱਕਾ ਦੁੱਕਾ ਅਸਲੀ ਸ਼ਬਦ ਵੀ ਸ਼ਾਮਲ ਹੁੰਦੇ ਹਨ। ਉਹ ਪ੍ਰੇਮ ਪੱਤਰਾਂ ਵਿੱਚ ਦਿਮਾਗੀ ਤੌਰ 'ਤੇ ਅਸੰਤੁਲਿਤ ਵਿਅਕਤੀ ਵੱਲੋਂ ਸਿਹਾਲੀ ਭਾਸ਼ਾ ਦੇ 2 ਸ਼ਬਦ ਲਿਖਣ ਦੀ ਕੋਸ਼ਿਸ਼ ਕੀਤੀ ਗਈ, ਪਰੰਤੂ ਉਹਨਾਂ ਦੇ ਵੀ ਕੋਈ ਅਰਥ ਨਹੀਂ ਸੀ ਕੱਢੇ ਜਾ ਸਕਦੇ। ਪੁੱਛਗਿੱਛ ਦੇ ਅਖੀਰ ਵਿੱਚ ਮੈਂ ਸੰਬੰਧਿਤ ਵਿਅਕਤੀ ਨੂੰ ਅਜਿਹੀਆਂ ਹਰਕਤਾਂ ਮੁੜਨ ਨਾ ਕਰਨ ਲਈ ਆਖਿਆ ਅਤੇ ਉਸਨੇ ਮੈਨੂੰ ਭਰੋਸਾ ਦੇ ਦਿੱਤਾ। ਆਪਣੇ ਵੱਲੋਂ ਮੈਂ ਉਸ ਨੂੰ ਇਹ ਗੱਲ ਉਸਦੇ ਪਰਿਵਾਰ ਦੇ ਹੋਰਨਾਂ ਜੀਆਂ ਨੂੰ ਨਾ ਦੱਸਣ ਦਾ ਵਾਅਦਾ ਵੀ ਕੀਤਾ ਸੀ। ਅੰਤ ਵਿੱਚ ਮੈਂ ਸਾਰੇ ਲੋਕਾਂ ਨੂੰ ਨੇੜੇ ਆਉਣ ਲਈ ਆਖਿਆ ਅਤੇ ਛੋਟਾ ਜਿਹਾ ਭਾਸ਼ਣ ਦਿੱਤਾ। ਮੈਂ ਉਹਨਾਂ ਨੂੰ ਦੱਸਿਆ ਕਿ ਉਸ ਦਿਨ ਤੋਂ ਬਾਅਦ ਪ੍ਰੇਤ ਵੱਲੋਂ ਕਿਸੇ ਨੂੰ ਤੰਗ ਨਹੀਂ ਕੀਤਾ ਜਾਵੇਗਾ ਕਿਉਂਕਿ ਮੈਂ ਕੇਸ ਨੂੰ ਸਹੀ ਵਿਗਿਆਨਕ ਢੰਗ ਨਾਲ ਹੱਲ ਕਰ ਲਿਆ ਸੀ, ਹੋਰਨਾਂ ਭੂਤ ਪ੍ਰੇਤ ਕੱਢਣ ਵਾਲਿਆਂ ਵਾਂਗੂ ਨਹੀਂ। ਮੈਂ ਕਿਹਾ ਕਿ ਇਹ ਬਹੁਤ ਅਫਸੋਸ ਅਤੇ ਦੁੱਖ ਭਰੀ ਗੱਲ ਹੈ ਕਿ ਉਸ ਗਰੀਬ ਕਿਸਾਨ ਨੂੰ ਚੌਂਕੀਆਂ ਆਦਿ ਨੇ ਭੂਤ ਕਢਵਾਉਣ ਲਈ 1500 ਰੁਪਏ ਖਰਚ ਕਰਨੇ ਪਏ ਸਨ। ਪਰਿਵਾਰ ਦੇ ਵੱਡੇ ਪੁੱਤਰ ਦੌਲਿਸ਼ ਸਿੰਘੇ ਨੇ ਇਸ ਮਦਦ ਲਈ ਸਾਡਾ ਧੰਨਵਾਦ ਕੀਤਾ। ਪਦੂਓਪੀ ਹਾਮੀ ਵੱਲੋਂ ਚਾਹ ਪਾਣੀ ਪਿਲਾਏ ਜਾਣ ਮਗਰੋਂ ਲੋਕਾਂ ਦੀ ਭੀੜ ਵੱਲੋਂ ਅਸੀਂ ਵਿਦਾਇਗੀ ਲਈ। ਪ੍ਰੇਤ ਫਿਰ ਘਰ ਆ ਗਿਆ। 4 ਦਿਨਾਂ ਮਗਰੋਂ ਰੈਤੀਆਲਾ ਤੋਂ ਬੰਦਿਆਂ ਦੀ ਭਰੀ ਕਾਰ ਮੇਰੀ ਰਿਹਾਇਸ਼ਗਾਹ 'ਤੇ ਆ ਪਹੁੰਚੀ। ਪਰਿਵਾਰ ਦੀ ਮਾਂ ਮਿਸੀ ਨੋਨਾ ਖੁੱਲ੍ਹੇ ਵਾਲਾਂ ਸਮੇਤ ਆਪਣੇ ਸਾਰੇ ਸਰੀਰ ਨੂੰ ਤੋੜਦੀ ਮਰੋੜਦੀ ਮੇਰੇ ਘਰ ਵਿੱਚ ਲਿਆਂਦੀ ਗਈ। ਉਸ ਨੂੰ ਉਸਦੀ ਵੱਡੀ ਧੀ ਮਾਈ ਨੋਨਾ ਅਤੇ ਉਸਦੇ ਵੱਡੇ ਪੁੱਤਰ ਦੌਲਤ ਸਿੰਘ ਨੇ ਕੁੱਟ ਕੇ ਫੜਿਆ ਹੋਇਆ ਸੀ। ਮਿਸੀ ਨੋਨਾ ਨੂੰ ਇੱਕ ਕੁਰਸੀ 'ਤੇ ਬਿਠਾਇਆ ਗਿਆ। ਸਰੀਰਕ ਤੋੜ ਮਰੋੜ ਹੋਰ ਤੇਜ਼ ਹੁੰਦੀ ਗਈ। ਉਸਦਾ ਸਿਰ 4 ਸਪੇਰੇ ਹੋਰ ਤੇਜ਼ੀ ਨਾਲ ਘੁੰਮਣ ਲੱਗਾ ਅਤੇ ਅਖੀਰ ਨੂੰ ਉਹ ਡਰਾਉਣੀ ਚੀਕ ਮਾਰ ਕੇ ਡਿੱਗ ਪਈ। ਦੌਲਤ ਸਿੰਘੇ ਨੇ ਆਖਿਆ, ਜਨਾਬ, ਤੁਸੀਂ ਪ੍ਰੇਤ ਦੀਆਂ ਸਾਰੀਆਂ ਹਰਕਤਾਂ ਤਾਂ ਬੰਦ ਕਰ ਦਿੱਤੀਆਂ, ਪਰੰਤੂ ਅਸੀਂ ਪ੍ਰੇਤ ਨੂੰ ਘਰੇ ਹੀ ਰਹਿਣ ਦਿੱਤਾ ਸੀ। ਬੀਤੀ ਰਾਤ ਉਹ ਪ੍ਰੇਤ ਸਾਡੀ ਮਾਂ ਵਿੱਚ ਆ ਗਿਆ। ਹੁਣ ਮੈਂ ਮਾਈ ਨੋਨਾ ਨੂੰ ਵੱਖਰੇ ਸੱਦ ਕੇ ਕਿਹਾ ਕਿ ਮੇਰੇ ਵਾਅਦਾ ਤੋੜਨ ਦਾ ਸਮਾਂ ਆ ਗਿਆ ਹੈ। ਮੈਂ ਕਿਹਾ ਕਿ ਉਸ ਦੀ ਮਾਂ ਦਾ ਇਲਾਜ ਤਾਂ ਹੀ ਹੋ ਸਕਦਾ ਹੈ ਜੇ ਉਸ ਨੂੰ ਪਿਛਲੇ 4 ਮਹੀਨਿਆਂ ਤੋਂ ਘਰ ਵਿੱਚ ਵਾਪਰ ਰਹੀਆਂ ਘਟਨਾਵਾਂ ਦੀ ਸੱਚਾਈ ਦੱਸੀ ਜਾਵੇ। ਮਾਈ ਨੋਨਾ ਨੇ ਚੁੱਪਚਾਪ ਮਨਜ਼ੂਰੀ ਪ੍ਰਗਟਾਈ।
ਜਦੋਂ ਮਿਸੀ ਨੇ ਉਹਨਾਂ ਨੂੰ ਸੁਰਤ ਆਈ ਤਾਂ ਉਸ ਨੂੰ ਅਤੇ ਦੌਲਤ ਸਿੰਘੇ ਨੂੰ ਦੱਸਿਆ ਕਿ ਕਿਉਂਕਿ 16 ਸਾਲਾ ਮਾਈ ਨੋਨਾ ਪਾਗਲ ਬਣ ਗਈ ਸੀ ਅਤੇ ਭਵਿੱਖ ਵਿੱਚ ਉਸ ਨੂੰ ਸ਼ਾਂਤ ਰੱਖਣ ਲਈ ਕੀ ਕਰਨਾ ਚਾਹੀਦਾ ਹੈ। ਮਿਸੀ ਨੋਨਾ ਆਪਣੇ ਬੱਚਿਆਂ ਸਮੇਤ ਖੁਸ਼ੀ-ਖੁਸ਼ੀ ਵਾਪਸ ਚਲੀ ਗਈ। ਛਾਣਬੀਨ। ਮਿਸੀ ਨੋਨਾ ਹਿਸਟੀਰੀਆ ਦੀ ਮਰੀਜ਼ ਬਣ ਗਈ ਅਤੇ ਉਸਨੇ ਆਪਣੇ ਭੂਤਾਂ ਪ੍ਰੇਤਾਂ ਪ੍ਰਤੀ ਵਹਿਮਾਂ ਭਰਮਾਂ ਤੋਂ ਪੈਦਾ ਹੋਏ ਭੁਲੇਖਿਆਂ ਕਾਰਨ ਇੰਜ ਹਰਕਤਾਂ ਸ਼ੁਰੂ ਕਰ ਦਿੱਤੀਆਂ ਸਨ। ਪੇਂਡੂ ਭੂਤ ਪ੍ਰੇਤ ਕੱਢਣ ਵਾਲਿਆਂ ਵਾਂਗੂ ਜਿਹੜੇ ਭੂਤ ਪ੍ਰੇਤ ਨੂੰ ਘਰੋਂ ਕੱਢ ਕੇ ਕਿਸੇ ਦਰਖਤ 'ਤੇ ਛੱਡ ਦਿੰਦੇ ਸਨ ਜਾਂ ਕਿਸੇ ਈਜੜ ਵਿੱਚ ਵਾੜ ਦਿੰਦੇ ਸਨ। ਮੈਂ ਪ੍ਰੇਤ ਨੂੰ ਘਰੋਂ ਨਹੀਂ ਸੀ ਕੱਢਿਆ, ਭਾਵੇਂ ਕਿ ਉਸ ਦੀਆਂ ਹਰਕਤਾਂ ਬੰਦ ਕਰ ਦਿੱਤੀਆਂ ਸਨ। ਇਹ ਮਿਸੀ ਨੋਨਾ ਦੇ ਮਨ ਵਿੱਚ ਛੁਪਿਆ ਹੋਇਆ ਸੀ ਅਤੇ ਇਹ ਕੋਈ ਅਚੰਭਾ ਨਹੀਂ ਸੀ ਕਿ ਉਹ ਆਪਣੀ ਹੀ ਕਲਪਨਾ ਸਦਕਾ ਪ੍ਰੇਤ ਦਾ ਸ਼ਿਕਾਰ ਹੋ ਗਈ ਸੀ। For more contents related to rational thinking, subscribe our Tarkshil TV channel now. For instant updates of new videos, don't forget to press the bell icon.